मैं हाँ चंचल मनोहर सिंह ਤੇ ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ। ਆਪ ਸਭ ਜੀ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਅਸੀਂ ਚਰਚਾ ਕਰਾਂਗੇ ਕਿ ਦੇਸ਼ ਦੇ ਅਗਲੇ ਵਾਈਸ ਪ੍ਰੈਜ਼ੀਡੈਂਟ ਦੇ ਕੈਂਡੀਡੇਟ ਕੌਣ ਹੋਣਗੇ। ਬੀਜੇਪੀ ਨੇ ਆਪਣੇ ਮੰਤਰੀ ਮੁਖਤਾਰ ਅਬਾਸੀ ਨਕਵੀ ਤੋਂ ਮੰਤਰੀ ਦੇ ਪਦ ਤੋਂ रिज़ाइन लिया है ਅਤੇ ਉਹਨਾਂ ਨੇ ਰਾਜ ਸਭਾ ਤੋਂ ਵੀ ਇੱਕ ਦਿਨ ਪਹਿਲੇ ਉਹਨਾਂ ਦੀ ਟਰਮ ਖਤਮ ਹੋਣ ਤੋਂ ਇੱਕ ਦਿਨ ਪਹਿਲੇ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ। ਹੁਣ ਇਹ ਕਿਹਾ ਜਾ ਰਿਹਾ ਹੈ ਕਿ ਉਹ ਵਾਈਸ ਪ੍ਰੈਜ਼ੀਡੈਂਟ ਦੇ ਬੀਜੇਪੀ ਵੱਲੋਂ ਕੈਂਡੀਡੇਟ ਹੋਣਗੇ। ਇੰਡੀਅਨ ਐਕਸਪ੍ਰੈਸ ਦੇ ਐਗਜ਼ੈਕਟਿਵ ਡਾਇਰੈਕਟਰ ਪ੍ਰਭੂ ਚਾਵਲਾ ਜੋ ਦੇਸ਼ ਦੇ ਬਹੁਤ ਵੱਡੇ ਨਾਮੀ ਅਖਬਾਰ ਨਵੀਸ ਹਨ ਅਤੇ ਉਹ ਇੰਡੀਅਨ ਐਕਸਪ੍ਰੈਸ ਦੇ ਐਡੀਟਰ ਇਨ ਚੀਫ ਵੀ ਰਹੇ ਹਨ। ਉਹਨਾਂ ਨੇ ਅੱਜ ਇਹ ਖਬਰ ਦਾ ਇੰਸਕਾਫ ਕੀਤਾ ਹੈ ਕਿ ਅਗਲੇ ਵਾਈਸ ਪ੍ਰੈਜ਼ੀਡੈਂਟ ਦੇ ਕੈਂਡੀਡੇਟ ਮੁਖਤਾਰ ਅਬਾਸੀ ਨਕਵੀ ਹੋਣਗੇ। ਇਸ ਖਬਰ ਤੋਂ ਬਾਅਦ ਜੋ ਕਿਆਸ ਰਾਈਆਂ ਚੱਲ ਰਹੀਆਂ ਸੀ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਦੇਸ਼ ਦੇ ਵਾਈਸ ਪ੍ਰੈਜ਼ੀਡੈਂਟ ਲਈ ਬੀਜੇਪੀ ਕੈਂਡੀਡੇਟ ਬਣਾਏਗੀ, ਉਹ ਸਭ ਕਿਆਸ ਰਾਈਆਂ ਗਲਤ ਸਾਬਤ ਹੋਈਆਂ ਅਤੇ ਉਹਨਾਂ ਦਾ ਹੁਣ ਪਤਾ ਕੱਟਿਆ ਗਿਆ ਹੈ। ਉਹਨਾਂ ਨਕਵੀ ਨੂੰ ਚੁਣਨ ਪਿੱਛੇ ਬੀਜੇਪੀ ਦੀਆਂ ਦੋ ਵਿਚਾਰ ਕੰਮ ਕਰ ਰਹੇ ਹਨ। ਇੱਕ ਤਾਂ ਸਾਰੀ ਦੁਨੀਆ ਵਿੱਚ ਬੀਜੇਪੀ ਦੀ ਕਾਫੀ ਜ਼ਿਆਦਾ ਬਦਨਾਮੀ ਹੋ ਗਈ ਹੈ ਕਿ ਉਹ ਪਿਛਲੇ 7 ਸਾਲ ਤੋਂ ਜਿਸ ਤਰ੍ਹਾਂ ਮੁਸਲਮਾਨਾਂ ਦੇ ਅਗੇਂਸਟ ਦੇਸ਼ ਵਿੱਚ ਪ੍ਰਚਾਰ ਕਰ ਰਹੇ ਹਨ ਅਤੇ ਉਹਨਾਂ ਨੂੰ ਦਰਕਿਨਾਰੇ ਕੀਤਾ ਹੋਇਆ ਹੈ ਅਤੇ ਉਹਨਾਂ ਦੀਆਂ ਕਈ ਪ੍ਰਕਾਰ ਨਾਲ ਉਹਨਾਂ ਨੂੰ ਤੰਗ ਕੀਤਾ ਜਾਂਦਾ ਹੈ। ਸੋ ਉਹਨਾਂ ਪ੍ਰਤੀ ਇੱਕ ਵਿਸ਼ੇਸ਼ ਪ੍ਰੋਗਰਾਮ ਅਧੀਨ ਘਿਰਣਾ ਵੀ ਜਿਹੜੀ ਹੈ ਸਾਰੇ ਦੇਸ਼ ਵਿੱਚ ਫੈਲਾਈ ਗਈ ਹੈ ਅਤੇ ਨਫ਼ਰਤ ਦੀ ਆਂਧੀ ਜਿਹਨੂੰ ਕਹਿੰਦੇ ਹਨ ਉਹ ਸਾਰੇ ਦੇਸ਼ ਵਿੱਚ ਫੈਲੀ ਹੋਈ ਹੈ। ਉਹਨਾਂ ਉੱਪਰ ਕਈ ਤਰ੍ਹਾਂ ਦੇ ਜ਼ੁਲਮ, ਉਹਨਾਂ ਦੇ ਹਜੂਮੀ ਕਤਲ ਅਤੇ ਹੋਰ ਤਰ੍ਹਾਂ ਦੀਆਂ ਕਈ ਉਹਨਾਂ ਨੂੰ ਟੈਰਰਾਈਜ਼ ਕਰਕੇ ਇੱਕ ਪਾਸੇ ਕੀਤਾ ਹੋਇਆ ਹੈ। ਸੋ ਇਸ ਜਿਹੜਾ ਕਾਲਾ ਧੱਬਾ ਭਾਰਤ ਦੇ ਉੱਪਰ ਸਾਰੀ ਦੁਨੀਆ ਵਿੱਚ ਲੱਗ ਰਿਹਾ ਹੈ ਕਿ ਇਹ ਦੇਸ਼ ਜਿਹੜਾ ਹੈ ਉਹ ਵਿਤਕਰਾ ਕਰਦਾ ਹੈ, ਹਿਊਮਨ ਰਾਈਟਸ ਦੀ ਵਾਇਲੇਸ਼ਨ ਕਰਦਾ ਹੈ ਔਰ ਇੱਥੇ ਲੋਕਾਂ ਨੂੰ ਆਪਣੇ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਨਹੀਂ ਹੈ। ਸੋ ਅਬਾਸੀ ਨੂੰ ਇਸ ਪ੍ਰਕਾਰ ਵਾਈਸ ਪ੍ਰੈਜ਼ੀਡੈਂਟ ਬਣਾ ਕੇ ਉਹ ਦੁਨੀਆ ਵਿੱਚ ਇੱਕ ਸੁਨੇਹਾ ਦੇਣਾ ਚਾਹੁੰਗੇ ਕਿ ਅਸੀਂ ਮੁਸਲਮਾਨਾਂ ਦੇ ਵਿਰੋਧੀ ਨਹੀਂ ਹਾਂ। ਤਾਂ ਇੱਕ ਨਵੀਂ ਸ਼ੁਰੂਆਤ ਦੀ ਹੋ ਸਕਦਾ ਇਹ ਇੱਕ ਕੋਸ਼ਿਸ਼ ਹੋਵੇ। ਅਸੀਂ ਇਹ ਦੇਖਿਆ ਵੈਂਕਈਆ ਨਾਇਡੂ ਨੂੰ ਅਗਲੀ ਟਰਮ ਦੇਣ ਦਾ ਕਿਉਂਕਿ ਫੈਸਲਾ ਹੋ ਗਿਆ ਹੈ ਕਿ ਉਹਨਾਂ ਨੂੰ ਦੂਜੀ ਟਰਮ ਲਈ ਕੰਸੀਡਰ ਨਹੀਂ ਕੀਤਾ ਜਾ ਰਿਹਾ। ਸੋ ਇਸ ਪ੍ਰਕਾਰ ਅਸੀਂ ਦੇਖਾਂਗੇ ਕਿ ਹੁਣ ਤੱਕ ਦੇਸ਼ ਵਿੱਚ 3 ਜਿਹੜੇ ਇਸ ਸੰਵਿਧਾਨਿਕ ਜੋ ਰੁਤਬਾ ਹੈ ਇਹ ਦੇਸ਼ ਦੇ ਰਾਸ਼ਟਰਪਤੀ ਤੋਂ ਬਾਅਦ ਇਹ ਦੂਸਰਾ ਸਭ ਤੋਂ ਵੱਡਾ ਸੰਵਿਧਾਨਿਕ ਰੁਤਬਾ ਹੈ ਔਰ ਜੋ ਵਾਈਸ ਪ੍ਰੈਜ਼ੀਡੈਂਟ ਹੁੰਦਾ ਉਸ ਨੇ ਜਾਇੰਟ ਪਾਰਲੀਮੈਂਟ ਰਾਜ ਸਭਾ ਦੇ ਸੈਸ਼ਨਾਂ ਉੱਪਰ ਚੇਅਰ ਕਰਨਾ ਹੁੰਦਾ, ਰਾਜ ਸਭਾ ਦਾ ਵੀ ਉਹ ਚੇਅਰਮੈਨ ਹੁੰਦਾ। ਸੋ ਉਹਨਾਂ ਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹ ਰਾਸ਼ਟਰਪਤੀ ਤੋਂ ਬਾਅਦ ਉਹ ਦੂਜੇ ਨੰਬਰ 'ਤੇ ਆਉਂਦੇ ਹਨ ਅਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹਨ। ਸੋ ਹੁਣ ਤੱਕ ਦੇਸ਼ ਵਿੱਚ 3 ਮੁਸਲਮਾਨ ਵਾਈਸ ਪ੍ਰੈਜ਼ੀਡੈਂਟ ਬਣਾਏ ਗਏ ਹਨ। ਪਹਿਲੇ 1900
1967 ਵਿੱਚ 12ਵੇਂ ਦੂਜੇ ਵਾਈਸ ਪ੍ਰੈਜ਼ੀਡੈਂਟ ਜ਼ਾਕਿਰ ਹੁਸੈਨ ਨੂੰ ਬਣਾਇਆ ਗਿਆ ਸੀਗਾ ਔਰ ਉਹ ਬਾਅਦ ਵਿੱਚ ਦੇਸ਼ ਦੇ ਪ੍ਰੈਜ਼ੀਡੈਂਟ ਵੀ ਬਣੇ ਤੇ 6ਵੇਂ ਵਾਈਸ ਪ੍ਰੈਜ਼ੀਡੈਂਟ ਮੁਹੰਮਦ ਹਿਦਾਇਤੁੱਲਾ ਨੂੰ ਦੇਸ਼ ਦਾ ਵਾਈਸ ਪ੍ਰੈਜ਼ੀਡੈਂਟ ਬਣਾਇਆ ਗਿਆ। ਉਸ ਤੋਂ ਬਾਅਦ 12ਵੇਂ ਵਾਈਸ ਪ੍ਰੈਜ਼ੀਡੈਂਟ ਮੁਹੰਮਦ ਹਮੀਦ ਅੰਸਾਰੀ ਨੂੰ ਬਣਾਇਆ ਗਿਆ। ਹੁਣ ਤੱਕ ਹੋਏ 13 ਵਾਈਸ ਪ੍ਰੈਜ਼ੀਡੈਂਟ ਵਿੱਚੋਂ ਤਿੰਨ ਮੁਸਲਮਾਨ ਵਾਈਸ ਚਾਂਸਲਰਾਂ ਵਾਈਸ ਪ੍ਰੈਜ਼ੀਡੈਂਟਸ ਨੂੰ ਇਹ ਰੁਤਬਾ ਮਾਣ ਭਰਿਆ ਰੁਤਬਾ ਦੇਸ਼ ਵੱਲੋਂ ਵੱਖ-ਵੱਖ ਪਾਰਟੀਆਂ ਵੱਲੋਂ ਦਿੱਤਾ ਗਿਆ। ਇਸ ਤੋਂ ਬਾਅਦ ਹੁਣ ਜੋ ਹੁਣ ਤੱਕ ਹੋਏ ਹੁਣ ਜਿਹੜੇ ਨਵੇਂ ਬਣਨਗੇ ਉਹ ਅਬਾਸ ਨਕਵੀ ਹੋਣਗੇ। ਇਸ ਨਾਲ ਦੇਸ਼ ਵਿੱਚ ਮੁਸਲਮਾਨਾਂ ਨੂੰ ਹੋ ਸਕਦਾ ਹੈ ਕੋਈ ਥੋੜ੍ਹੀ ਜਿਹੀ ਮਨ ਦੀ ਸ਼ਾਂਤੀ ਵੀ ਮਿਲੇ ਤੇ ਦੁਨੀਆ ਵਿੱਚ ਵੀ ਬੀਜੇਪੀ ਸਰਕਾਰ ਦਾ ਖਾਸ ਕਰਕੇ ਪ੍ਰਾਈਮ ਮਿਨਿਸਟਰ ਮੋਦੀ ਜੀ ਦੀ ਸਰਕਾਰ ਦਾ ਇਮੇਜ ਜਿਹੜਾ ਉਹ ਵਧੀਆ ਬਣ ਸਕੇ ਕਿਉਂਕਿ ਮੋਦੀ ਜੀ ਵਿਸ਼ਵ ਗੁਰੂ ਬਣਨਾ ਚਾਹੁੰਦੇ ਹਨ ਤੇ ਇੰਡੀਆ ਨੂੰ ਇੱਕ ਸੁਪਰ ਪਾਵਰ ਬਣਾਉਣਾ ਚਾਹੁੰਦੇ ਹਨ। ਇਸ ਮਿਸ਼ਨ ਨੂੰ ਲੈ ਕੇ ਆਪਣੇ ਬਾਰੇ ਜੋ ਸਾਰੀ ਦੁਨੀਆ ਵਿੱਚ ਜੋ ਗਲਤ ਵਿਸ਼ਵਾਸ ਬਣੇ ਹੋਏ ਹਨ ਜੋ ਉਹਨਾਂ ਬਾਰੇ ਇਹ ਵਿਸ਼ਵਾਸ ਬਣਿਆ ਹੋਇਆ ਹੈ ਕਿ ਉਹ ਮੁਸਲਮਾਨ ਵਿਰੋਧੀ ਹਨ ਔਰ ਉਹਨਾਂ ਦੀ ਇਮੇਜ ਨੂੰ ਖਰਾਬ ਕਰਨ ਲਈ ਸਿਰਫ ਭਾਰਤ ਵਿੱਚ ਬੀਜੇਪੀ ਤੋਂ ਕੋਈ ਬਾਹਰਲੇ ਲੀਡਰਾਂ ਨਹੀਂ ਹਨ, ਉਹਨਾਂ ਦੇ ਅੰਦਰ ਹੀ ਲੀਡਰ ਹਨ ਜਿਵੇਂ ਕਿ ਨੂਪਰ ਸ਼ਰਮਾ ਜੋ ਕਿ ਪਾਰਟੀ ਦੀ ਸਪੋਕਸਮੈਨ ਸੀਗੀ। ਉਹਨਾਂ ਨੇ ਹਜ਼ਰਤ ਮੁਹੰਮਦ ਜੀ ਬਾਰੇ ਇੱਕ ਬੜੀ ਗਲਤ ਟਿੱਪਣੀ ਕਰਕੇ ਦੇਸ਼ ਦਾ ਇਮੇਜ ਖਾੜੀ ਮੁਲਕਾਂ ਵਿੱਚ ਇਸਲਾਮਿਕ ਕੰਟਰੀਆਂ ਵਿੱਚ ਬਹੁਤ ਖਰਾਬ ਕੀਤਾ। ਉਸ ਦਾ ਨੋਟਿਸ ਅਮਰੀਕਾ ਅਤੇ ਹੋਰ ਦੂਸਰੇ ਪੱਛਮੀ ਮੁਲਕਾਂ ਨੇ ਵੀ ਲਿਆ। ਤੋ ਇਹ ਸਾਰੇ ਕੁਝ ਨੂੰ ਸਮੇਟਣ ਲਈ ਇਹ ਸਾਰੇ ਕੁਝ ਦਾ ਪ੍ਰਭਾਵ ਬਣਾਉਣ ਲਈ ਬੀਜੇਪੀ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਜੋ ਕਿ ਵੱਡੇ ਵੱਡੇ ਫੈਸਲੇ ਬਿਨਾਂ ਕਿਸੇ ਦੀ ਸਲਾਹ ਲੈਂਦੇ ਹਨ ਜਿਵੇਂ ਉਹਨਾਂ ਨੇ ਰਾਸ਼ਟਰਪਤੀ ਦਾ ਕੈਂਡੀਡੇਟ ਅਨਾਉਂਸ ਕੀਤਾ ਉਸੇ ਤਰ੍ਹਾਂ ਹੀ ਇਹ ਫੈਸਲਾ ਵੀ ਉਹ ਅਚਨਚੇਤੀ ਅਨਾਉਂਸ ਕਰਨਗੇ ਤੇ ਉਸ ਤੋਂ ਬਾਅਦ ਇਹਦਾ ਚੋਣ ਪ੍ਰਕਿਰਿਆ ਜੋ ਪ੍ਰੋਸੈਸ ਹੋਏਗਾ ਉਹ ਇਲੈਕਸ਼ਨ ਕਮਿਸ਼ਨ ਉਸ ਨੂੰ ਨਿਭਾਏਗਾ। ਤੋ ਇਸ ਚਰਚਾ ਵਿੱਚ ਅੱਜ ਅਸੀਂ ਇਤਨਾ ਹੀ ਕਹਾਂਗੇ ਕਿ ਜੇਕਰ ਇੱਕ ਮੁਸਲਮਾਨ ਨੂੰ ਵਾਈਸ ਪ੍ਰੈਜ਼ੀਡੈਂਟ ਬਣਾਇਆ ਜਾਂਦਾ ਹੈ ਤਾਂ ਇਸ ਨਾਲ ਦੇਸ਼ ਦਾ ਬਹੁਤ ਇਮੇਜ ਦੁਨੀਆ ਵਿੱਚ ਵਧੇਗਾ। ਧੰਨਵਾਦ।